ਹੈਲੋ ਸਟੂਡੈਂਟਸ, ਬੇਟਾ ਅੱਜ ਅਸੀਂ ਜਰਨਲ ਪੰਜਾਬੀ ਦੇ 12ਵੀਂ ਜਮਾਤ ਦੇ ਟੌਪਿਕ ਜਿਹੜਾ ਹੈ ਵਾਕ ਦੀਆਂ ਕਿਸਮਾਂ ਅਤੇ ਵਾਕ ਵਟਾਂਦਰੇ ਬਾਰੇ ਗੱਲਬਾਤ ਕਰਨਾ ਚਾਹੁੰਦੇ ਹਾਂ। ਬੇਟਾ ਜਿਸ ਤਰ੍ਹਾਂ ਕਿ ਤੁਹਾਨੂੰ ਪੇਪਰ ਵਿੱਚ ਵਾਕ ਦਿੱਤੇ ਹੁੰਦੇ ਹੈ, ਤੁਸੀਂ ਉਹਨਾਂ ਨੂੰ ਬਦਲਣਾ ਹੁੰਦਾ ਹੈ ਕਿਸੇ ਦੂਸਰੀ ਕਿਸਮ ਵਿੱਚ, ਤਾਂ ਬਹੁਤ ਸਾਰੇ ਵਿਦਿਆਰਥੀ ਇਹਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਕਰ ਜਾਂਦੇ ਹਨ। ਉਹਨਾਂ ਨੂੰ ਸਮਝ ਨਹੀਂ ਲੱਗਦਾ ਹੈ ਕਿ ਇਸ ਨੂੰ ਕਿਸ ਤਰ੍ਹਾਂ ਬਦਲਣਾ ਹੈ। ਸੋ ਅੱਜ ਅਸੀਂ ਇਸ ਦੇ ਬਾਰੇ ਗੱਲਬਾਤ ਕਰਦੇ ਹਾਂ। ਸੋ ਇਹਦੀ ਜਿਹੜੀ ਇੰਟਰੋਡਕਸ਼ਨ ਹੈ ਵਾਕ ਦੀ, ਵਾਕ ਕਿਸ ਨੂੰ ਆਖਦੇ ਹਨ, ਵਾਕ ਦੇ ਵਾਕਾਂਸ਼ ਕੀ ਹੁੰਦੇ ਹਨ, ਉਪਵਾਕ ਕੀ ਹੁੰਦੇ ਹਨ। ਸੋ ਇਹ ਤੁਸੀਂ ਆਪਣੀ ਬੇਟਾ ਜਿਹੜੀ ਤੁਹਾਡੀ ਟੈਕਸਟ ਬੁੱਕ ਹੈ ਉਸ ਦੇ ਜਿਹੜੇ ਜਿੰਨੀ ਵੀ ਇੰਟਰੋਡਕਸ਼ਨ ਦਿੱਤੀ ਹੈ ਉਹਦੇ ਵਿੱਚੋਂ ਤੁਸੀਂ ਇੱਕ ਵਾਰੀ ਪੜ੍ਹ ਕੇ ਦੇਖ ਲੈਣਾ ਹੈ। ਔਰ ਅਸੀਂ ਆ ਜਾਂਦੇ ਹਾਂ ਵਾਕ ਦੀਆਂ ਕਿਸਮਾਂ 'ਤੇ। ਵਾਕ ਦੀਆਂ ਕਿਸਮਾਂ ਬੇਟਾ ਦੇਖੋ, ਵਾਕਾਂ ਦੀ ਸ਼੍ਰੇਣੀ ਵੰਡ ਵਾਕਾਂ ਦੀ ਬਣਤਰ ਅਤੇ ਕਾਰਜਾਂ ਦੇ ਆਧਾਰ 'ਤੇ ਕੀਤੀ ਜਾਂਦੀ ਹੈ। ਮਤਲਬ ਵਾਕਾਂ ਨੂੰ ਅਗਰ ਅਸੀਂ ਵੰਡਣਾ ਹੈ, ਉਹਦੀ ਜਿਹੜੀ ਸ਼੍ਰੇਣੀ ਵੰਡ ਕਰਨੀ ਹੈ ਉਹ ਦੋ ਆਧਾਰ 'ਤੇ ਹੈ। ਇੱਕ ਤਾਂ ਬਣਤਰ ਦੇ ਆਧਾਰ 'ਤੇ ਵਾਕਾਂ ਦੀ ਵੰਡ ਕੀਤੀ ਜਾਂਦੀ ਹੈ, ਇੱਕ ਹੈ ਕਾਰਜਾਂ ਦੇ ਆਧਾਰ 'ਤੇ ਵਾਕਾਂ ਦੀ ਵੰਡ। ਸੋ ਬਣਤਰ ਦੇ ਆਧਾਰ 'ਤੇ ਵਾਕਾਂ ਨੂੰ ਤਿੰਨ ਕਿਸਮਾਂ ਵਿੱਚ ਵੰਡਿਆ ਜਾਂਦਾ ਹੈ। ਬਣਤਰ ਸੈਂਟੈਂਸ ਜਿਹੜਾ ਹੈ, ਵਾਕ ਜਿਹੜਾ ਹੈ ਕਿਸ ਕਿਸਮ ਦਾ ਹੈ, ਤਿੰਨ ਆਧਾਰ 'ਤੇ ਉਹਨੂੰ ਵੰਡਿਆ ਹੈ। ਪਹਿਲਾ ਹੈਗਾ ਸਧਾਰਨ ਵਾਕ, दूसरा है संयुक्त वाक, तीसरा है मिश्रित वाक और दूसरा है कारजां दे आधार ते, कारज दे आधार ते, काम दे आधार ते। पंजाबी भाषा विच वाकां नूं हेठ लिखियां सारियां श्रेणियां दित्तियां होईयां इहदे विच वंडिया गया है। एक है हाँ-वाचक वाक, नावाचक वाक, प्रश्नवाचक वाक, विस्मयवाचक वाक, आग्या जिसनूं हुक्म भी कह दिंदे आ, हुक्मवाचक वाक, इच्छावाचक वाक। ਇਹ ਦੇਖੋ ਬੇਟਾ, ਇਹ ਜਿਹੜਾ ਥੱਲੇ ਬਣਾਇਆ ਹੋਇਆ ਇਹਨਾਂ ਨੇ ਇੱਕ ਕਿਸਮਾਂ ਨੂੰ ਵੰਡਿਆ ਹੋਇਆ ਇੱਕ ਟੇਬਲ ਦੇ ਆਧਾਰ 'ਤੇ। ਵਾਕਾਂ ਦੀ ਕਿਸਮਾਂ ਦੇਖੋ, ਬਣਤਰ ਦੇ ਆਧਾਰ 'ਤੇ ਤਿੰਨ ਤਰ੍ਹਾਂ ਦੇ ਵਾਕ, ਸਧਾਰਨ ਵਾਕ, ਸੰਯੁਕਤ ਵਾਕ, ਮਿਸ਼ਰਿਤ ਵਾਕ। ਔਰ ਕਾਰਜਾਂ ਦੇ ਆਧਾਰ 'ਤੇ ਦੇਖੋ ਇਹ ਵੰਡੇ ਹੋਏ ਸਾਰੇ ਵਾਕ, ਹਾਂ ਵਾਚਕ ਵਾਕ, ਨਾਵਾਚਕ ਵਾਕ, ਹੁਕਮਵਾਚਕ ਵਾਕ, ਵਿਸਮੇਵਾਚਕ ਵਾਕ, ਇੱਛਾਵਾਚਕ ਵਾਕ ਅਤੇ ਪ੍ਰਸ਼ਨਵਾਚਕ ਵਾਕ। ਹੁਣ ਤੁਹਾਨੂੰ ਇਹਨਾਂ ਦੀਆਂ ਬੇਟਾ ਉਸ ਤਰ੍ਹਾਂ ਤਾਂ ਪੇਪਰ 'ਚ ਨਹੀਂ ਪੁੱਛਿਆ ਜਾਣਾ ਕਿ ਇਹਨਾਂ ਦੀ ਕਿਸਮ ਦੱਸੋ, ਇਹਨਾਂ ਦੀ ਤੁਸੀਂ ਐਕਸਪਲੇਨੇਸ਼ਨ ਨਹੀਂ ਦੇਣੀ ਹੈ। ਸਿਰਫ ਤੁਹਾਨੂੰ ਪੇਪਰ ਵਿੱਚ ਵਾਕ ਆਏ ਹੋਣਗੇ, ਤੁਸੀਂ ਉਹਨਾਂ ਨੂੰ ਬਦਲ ਕੇ ਦੱਸਣਾ ਹੈ। ਸੋ ਅਸੀਂ ਇਹਦੇ 'ਤੇ ਆ ਜਾਂਦੇ ਹਾਂ। ਤੁਹਾਨੂੰ ਵਾਕਾਂ ਦੀਆਂ ਬਣਤਰ ਦੇ ਆਧਾਰ 'ਤੇ ਕਿਸਮਾਂ ਪਤਾ ਹੋਣੀਆਂ ਚਾਹੀਦੀਆਂ ਹੈ। ਬਣਤਰ ਦੇ ਆਧਾਰ 'ਤੇ ਆਪਾਂ ਕਿੰਨੀਆਂ ਕਿਸਮਾਂ ਪਿੱਛੇ ਪੜ੍ਹੀਆਂ ਹੈ? ਤਿੰਨ ਕਿਸਮਾਂ, ਸਧਾਰਨ ਵਾਕ, ਸੰਯੁਕਤ ਵਾਕ ਅਤੇ ਮਿਸ਼ਰਿਤ ਵਾਕ। ਅਸੀਂ ਤਿੰਨ ਕਿਸਮਾਂ ਪੜ੍ਹੀਆਂ ਹੈ। ਥੋੜ੍ਹਾ ਜਿਹਾ ਇਹਦੀ ਇੰਟਰੋਡਕਸ਼ਨ ਦੇਖ ਲਓ। ਜਿਵੇਂ ਤੁਸੀਂ ਇੰਗਲਿਸ਼ ਵਿੱਚ ਵੀ ਬੇਟਾ ਸੈਂਟੈਂਸ ਫਾਰਮੇਸ਼ਨ ਕਰਦੇ ਹੋ, ਅਤੇ ਇੰਗਲਿਸ਼ ਵਿੱਚ ਵੀ ਤੁਹਾਨੂੰ ਪਤਾ ਸਧਾਰਨ ਵਾਕ, ਸਿੰਪਲ ਸੈਂਟੈਂਸ ਜਿਹੜਾ ਹੁੰਦਾ ਹੈ, ਜਿਹੜਾ ਵਾਕ ਵੱਖ-ਵੱਖ ਉਪਵਾਕਾਂ ਵਿੱਚ ਨਾ ਵੰਡਿਆ ਜਾ ਸਕੇ। ਮਤਲਬ ਇੱਕ ਹੀ ਵਾਕ ਹੋਵੇ ਜਿਸ ਨੂੰ ਦੋ ਵਾਕਾਂ ਵਿੱਚ ਨਾ ਵੰਡਿਆ ਜਾ ਸਕਦਾ ਹੋਵੇ, ਅਤੇ ਜਿਸ ਵਿੱਚ ਇੱਕ ਉਦੇਸ਼ ਅਤੇ ਇੱਕ ਹੀ ਵਿਧੇਯ ਹੋਵੇ। ਮਤਲਬ ਉਸ ਵਾਕ ਵਿੱਚ ਹੋਰ ਕੋਈ ਜ਼ਿਆਦਾ ਗੱਲਾਂ ਨਹੀਂ ਕਹੀਆਂ ਗਈਆਂ ਹੁੰਦੀਆਂ, ਉਹਦੇ ਵਿੱਚ ਉਸ ਵਾਕ ਦਾ ਇੱਕੋ ਹੀ ਉਦੇਸ਼ ਹੁੰਦਾ ਹੈ। ਉਸਨੂੰ ਇਕਹਿਰਾ, ਇੱਕ ਕਿਰਿਆ ਵਾਲਾ ਜਾਂ ਸਧਾਰਨ ਵਾਕ ਕਿਹਾ ਜਾਂਦਾ ਹੈ। ਸਮਝ ਲੱਗ ਗਈ ਤੁਹਾਨੂੰ? ਸਧਾਰਨ ਵਾਕ ਕੀ ਹੈ? ਜਿਸ ਨੂੰ ਅੱਗੇ ਵੱਖ-ਵੱਖ ਉਪਵਾਕਾਂ ਵਿੱਚ ਨਹੀਂ ਵੰਡਿਆ ਜਾ ਸਕਦਾ ਹੈ। ਸੋ ਸਧਾਰਨ ਵਾਕ ਜਿਹੜਾ ਹੈ, ਨਾਮ ਵਾਕਾਂਸ਼ ਅਤੇ ਕਿਰਿਆ ਵਾਕਾਂਸ਼ ਸਧਾਰਨ ਵਾਕ ਦੇ ਲਾਜ਼ਮੀ ਤੱਤ ਹਨ। ਇਸ ਤੋਂ ਇਲਾਵਾ ਵਾਕਾਂਸ਼ ਜੁੜ ਕੇ ਸਧਾਰਨ ਵਾਕ, ਦੇਖੋ ਇਹ ਥੱਲੇ ਸਧਾਰਨ ਵਾਕ ਦੀ ਐਗਜ਼ਾਮਪਲ ਦਿੱਤੀ ਹੈ। ਜਿਵੇਂ ਰਜਿੰਦਰ ਪੜ੍ਹ ਰਹੀ ਹੈ, ਇਹ ਵੀ ਸਧਾਰਨ ਵਾਕ ਹੈ। ਰਜਿੰਦਰ ਕਿਤਾਬ ਪੜ੍ਹ ਰਹੀ ਹੈ, ਬਿਲਕੁਲ ਬੇਟਾ ਇੱਕੋ ਹੀ ਸਿੰਗਲ ਵਾਕ ਹੈਗਾ, ਇਹ ਸਧਾਰਨ ਵਾਕ ਹੈ। ਇਸ ਵਿੱਚ ਕੋਈ ਵੀ ਹੋਰ ਵਾਕ ਜਿਹੜੇ ਹੈ ਉਹਨੂੰ ਨਹੀਂ ਇਹਨੂੰ ਵੰਡ ਸਕਦੇ ਹੈ। ਸੋ ਇਸ ਨੂੰ ਅਸੀਂ ਜਿਹੜਾ ਹੈ ਦੇਖੋ, ਉਪਰੋਕਤ ਦੋ ਵਾਕ ਦਿੱਤੇ ਹੈ ਸਧਾਰਨ ਵਾਕ ਵਜੋਂ ਜਿਹੜੇ ਹਨ ਇਹ ਦਿੱਤੇ ਗਏ ਹਨ। ਪਹਿਲੇ ਵਾਕ ਵਿੱਚ ਸਿਰਫ ਨਾਉ ਵਾਕਾਂਸ਼ ਮਤਲਬ ਅਤੇ ਕਿਰਿਆ ਵਾਕਾਂਸ਼ ਵਿਚਰ ਰਹੇ ਹਨ, ਅਤੇ ਦੂਸਰੇ ਵਾਕ ਵਿੱਚ ਦੋ ਨਾਉ ਵਾਕਾਂਸ਼ ਮਤਲਬ ਇਹਦੇ ਵਿੱਚ ਬੇਟਾ ਦੇਖੋ ਰਜਿੰਦਰ ਜਿਹੜੀ ਹੈ ਉਹ ਵੀ ਨਾਉ ਹੈ, ਇਹਦੇ ਵਿੱਚ ਰਜਿੰਦਰ ਵੀ ਨਾਉ ਹੈ ਅਤੇ ਕਿਤਾਬ ਵੀ ਨਾਉ ਹੈ, ਯਾਨੀ ਦੋ ਵਾਕਾਂਸ਼ ਇਹਦੇ ਵਿੱਚ। ਚਲੋ ਇੰਨਾ ਲੰਬਾ ਤੁਹਾਨੂੰ ਸਮਝਣ ਦੀ ਲੋੜ ਨਹੀਂ ਹੈ, ਸਿਰਫ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਹ ਸਿੰਪਲ ਸਧਾਰਨ ਵਾਕ ਹਨ ਜਿਹਨੂੰ ਦੋ ਅਗਲੇ ਉਪਵਾਕਾਂ ਵਿੱਚ ਨਹੀਂ ਵੰਡਿਆ ਜਾ ਸਕਦਾ। ਦੂਸਰੇ ਨੰਬਰ 'ਤੇ ਸਾਡੀ ਕਿਸਮ ਆ ਗਈ ਸੰਯੁਕਤ ਵਾਕ। ਸੰਯੁਕਤ ਵਾਕਾਂ ਦੀ ਬਣਤਰ ਜਿਹੜੀ ਸਾਵੀਂ ਹੁੰਦੀ ਹੈ। ਸਾਵੀਂ ਮਤਲਬ ਇਸ ਤੋਂ ਭਾਵ ਹੈ ਹਰ ਪੱਖੋਂ ਬਰਾਬਰਤਾ ਦਾ ਭਾਵ ਰੱਖਣ ਵਾਲੇ ਵਾਕ ਹੁੰਦੇ ਹਨ। ਇਹਨਾਂ ਦੀ ਬਣਤਰ ਵਿੱਚ ਦੋ ਜਾਂ ਦੋ ਤੋਂ ਵੱਧ ਸੁਤੰਤਰ ਉਪਵਾਕ, ਯਾਨੀ ਇਸ ਵਿੱਚ ਦੋ ਵਾਕ ਵੀ ਹੋ ਸਕਦੇ ਹਨ ਜੁੜੇ ਹੋਏ, ਜਾਂ ਦੋ ਤੋਂ ਵੱਧ ਵੀ ਵਾਕ ਜਿਹੜੇ ਹਨ ਉਪਵਾਕ ਜੁੜੇ ਹੋਏ ਹੁੰਦੇ ਹਨ। ਵਿਆਕਰਨ ਦੀ ਦ੍ਰਿਸ਼ਟੀ ਤੋਂ ਇਹ ਸਧਾਰਨ ਤੌਰ 'ਤੇ ਵਿਚਰਨ ਦੀ ਸਮਰੱਥਾ ਰੱਖਦੇ ਹਨ। ਦੇਖੋ ਇਹਦੇ ਵਿੱਚ ਐਗਜ਼ਾਮਪਲ ਦਿੱਤੀ ਹੋਈ ਹੈ, ਉਦਾਹਰਨ ਦੇਖੋ, ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ। ਇਹਦੇ ਵਿੱਚ ਜਾਂ ਸ਼ਬਦ ਜਿਹੜਾ ਹੈ, ਇਹ ਜਾਂ ਸ਼ਬਦ ਜਿਹੜਾ ਹੈ ਇਸਨੇ ਦੋ ਵਾਕਾਂ ਨੂੰ ਆਪਸ 'ਚ ਜੋੜਿਆ ਹੈ। ਰਾਹ ਪਿਆ ਜਾਣੀਏ
ਜਾਂ ਨੇ ਜੋੜ ਦਿੱਤਾ, ਵਾਹ ਪਿਆ ਜਾਣੀ ਹੈ। तो ਇਹ ਕਿਹੜਾ ਵਾਕ ਹੋ ਗਿਆ? ਦੋਹਾਂ ਨੂੰ ਜੋੜਨ ਵਾਲਾ ਸੰਯੁਕਤ ਵਾਕ। दूसरा वाक देखो, खुशबू कविता बोलती रही ਅਤੇ मैं लिखती रही। दो वाक हो गए, खुशबू कविता बोलती रही, मैं लिखती रही। ਇਹਨੂੰ ਕਿੰਨੇ ਜੋੜਿਆ ਹੈ ਵਾਕ ਨੂੰ? ਅਤੇ ਨੇ ਜੋੜਿਆ ਹੈ। ਇਸ ਕਰਕੇ ਅਤੇ ਕਿਹੜਾ ਹੈ? ਦੋ ਵਾਕ ਜੁੜੇ ਹਨ, ਇਹ ਕੀ ਬਣ ਗਿਆ? ਸੰਯੁਕਤ ਵਾਕ। ਤੀਸਰਾ ਦੇਖੋ ਐਗਜ਼ਾਮਪਲ ਤੁਹਾਡੇ ਉਦਾਹਰਣ ਹੈ, ਜਿਉਂਦੀ ਮੱਛੀ ਬਹਿਣ ਦੇ ਵਿਰੁੱਧ ਚਲਦੀ ਹੈ ਪਰ ਮਰੀ ਹੋਈ ਬਹਿਣ ਦੇ ਨਾਲ ਚਲਦੀ ਹੈ। ਸੋ ਇਹਦੇ ਵਿੱਚ ਦੋ ਵਾਕਾਂ ਨੂੰ ਆਪਸ ਵਿੱਚ ਕਿੰਨੇ ਜੋੜਿਆ ਹੈ? ਪਰ ਨੇ। ਦੇਖੋ ਅੰਡਰਲਾਈਨ ਕੀਤੇ ਹੋਏ, ਬੋਲਡ ਕੀਤੇ ਹੋਏ ਹੈ ਅੰਡਰਲਾਈਨ। ਇਸ ਕਰਕੇ ਇਹ ਤਿੰਨੋਂ ਜਿਹੜੇ ਹਨ ਸ਼ਬਦ ਜਿਨ੍ਹਾਂ ਨੇ ਦੇਖੋ ਆ ਲਿਖਿਆ ਹੋਇਆ ਉੱਪਰ, ਉਪਰੋਕਤ ਸੰਯੁਕਤ ਵਾਕ ਜਾਂ ਪਰ ਆਦਿ ਜਿਹੜੇ ਹਨ ਅਤੇ ਪਰ ਆਦਿ ਨਾਲ ਸਮਾਨ ਯੋਜਕਾਂ ਨਾਲ ਬਣੇ ਹੋਏ ਹਨ। ਇਹਨਾਂ ਸੰਯੁਕਤ ਵਾਕਾਂ ਵਿਚਲੇ ਉਪਵਾਕਾਂ ਨੂੰ ਜੇਕਰ ਇੱਕ ਦੂਸਰੇ ਤੋਂ ਵੱਖ ਕਰ ਦਈਏ, ਮਤਲਬ ਜੇਕਰ ਇਹ ਤਿੰਨੋਂ ਵਿੱਚ ਸ਼ਬਦ ਨਾ ਇਹਨਾਂ ਤਿੰਨਾਂ ਵਾਕਾਂ 'ਚ ਜੁੜੇ ਹੋਣ, ਇਹਨਾਂ ਨੂੰ ਵੱਖਰੇ ਕਰ ਦਈਏ ਤਾਂ ਇੱਕ ਸੁਤੰਤਰ ਰੂਪ ਵਿੱਚ ਜਿਹੜੇ ਹਨ ਵਿਚਰਨ ਦੀ ਸਮਰੱਥਾ ਰੱਖਦੇ ਹਨ। ਇਹ ਵਾਕ ਇੱਕ ਦੂਸਰੇ 'ਤੇ ਨਿਰਭਰ ਨਹੀਂ ਹਨ, ਇਹ ਸੁਤੰਤਰ ਵਾਕ ਹਨ। ਮਤਲਬ ਇਹਨਾਂ ਨੂੰ ਹਟਾ ਵੀ ਦਈਏ, ਰਾਹ ਪਿਆ ਜਾਣੀ, ਇਹ ਵੀ ਇੱਕ ਸੈਂਟੈਂਸ ਬਣ ਗਿਆ, ਵਾਕ ਬਣ ਗਿਆ। ਖੁਸ਼ਬੂ ਕਵਿਤਾ ਬੋਲਦੀ ਰਹੀ, ਇਹ ਵੀ ਇੱਕ ਵਾਕ ਬਣ ਗਿਆ। ਮਤਲਬ ਅਗਰ ਇਹਨਾਂ ਨੂੰ ਹਟਾ ਵੀ ਦਈਏ ਤਾਂ ਵੀ ਇਹ ਸੁਤੰਤਰ ਵਾਕ ਜਿਹੜੇ ਹਨ ਉਹਦੇ ਰੂਪ ਵਿੱਚ ਰਹਿ ਸਕਦੇ ਹਨ। ਤੀਸਰੀ ਸਾਡੀ ਕਿਸਮ ਆ ਗਈ ਹੈ ਮਿਸ਼ਰਿਤ ਵਾਕ। ਮਿਸ਼ਰਿਤ ਵਾਕਾਂ ਦੀ ਬਣਤਰ ਜਿਹੜੀ ਹਨ ਉਹ ਅਸਾਵੀਂ ਹੁੰਦੀ ਹੈ, ਭਾਵ ਇਸ ਵਿੱਚ ਉਪਵਾਕ ਜਿਹੜੇ ਹਨ ਉਹ ਬਾਰ ਵਰਤਾ ਦੇ ਪੱਧਰ ਉੱਤੇ ਨਹੀਂ ਵਿਚਰ ਸਕਦੇ ਹਨ। ਮਿਸ਼ਰਿਤ ਵਾਕ ਦੀ ਬਣਤਰ ਦੇਖੋ, ਇੱਕ ਮੁੱਖ ਉਪਵਾਕ ਤੋਂ ਇੱਕ ਤੋਂ ਵੱਧ ਅਧੀਨ ਉਪਵਾਕ ਜਿਹੜੇ ਹਨ, ਮਤਲਬ ਇੱਕ ਤੋਂ ਵੱਧ ਵਾਕ ਜਿਹੜੇ ਹਨ ਇਹਦੇ ਵਿੱਚ ਦੱਸੇ ਗਏ ਹੁੰਦੇ ਹਨ। ਦੇਖੋ ਆ ਐਗਜ਼ਾਮਪਲ ਦੇਖੋ ਥੱਲੇ ਦਿੱਤੀ ਹੋਈ ਉਦਾਹਰਨ ਲਈ, ਉਸਨੇ ਕਿਹਾ ਕਿ ਅੱਜ ਤੋਂ ਸਾਡੇ ਸਕੂਲ ਵਿੱਚ ਵਿਗਿਆਨ ਮੇਲਾ ਸ਼ੁਰੂ ਹੋ ਗਿਆ ਹੈ। ਇੱਕ ਐਗਜ਼ਾਮਪਲ ਇਹ ਦਿੱਤੀ ਗਈ ਹੈ, ਉਸਨੇ ਕਿਹਾ। ਠੀਕ ਹੈ, ਇਹ ਉਸਨੇ ਕਿਹਾ ਕੀ ਹੈ? ਕਿਹੜੇ ਵਾਕ ਦੀ ਐਗਜ਼ਾਮਪਲ ਹੈ? ਮਿਸ਼ਰਿਤ ਵਾਕ ਦੀ। ਮਿਸ਼ਰਿਤ ਮਤਲਬ ਦੋ ਵਾਕਾਂ ਨੂੰ ਵੀ ਇਹਨੇ ਜੋੜਿਆ ਹੈ। ਕੁਝ ਵਿਦਿਆਰਥੀ ਅਜਿਹੇ ਵੀ ਹੁੰਦੇ ਹਨ, ਇਹ ਦੇਖੋ ਇਹ ਬੋਲਡ ਕੀਤੇ ਹੋਏ ਦੋਨੇ, ਇਹ ਵਾਲੇ ਉਸਨੇ ਕਿਹਾ ਤੇ ਕੁਝ ਵਿਦਿਆਰਥੀ ਅਜਿਹੇ ਵੀ ਹੁੰਦੇ ਹਨ ਜਿਹੜੇ ਆਪਣੇ ਅਧਿਆਪਕਾਂ ਦਾ ਨਾਂ ਰੁਸ਼ਨਾ ਦਿੰਦੇ ਹਨ। ਇਹਨਾਂ ਵਾਕਾਂ ਵਿੱਚ ਗੂੜੇ ਛਪੇ ਉਪਵਾਕ, ਗੂੜੇ ਮਤਲਬ ਜਿਨ੍ਹਾਂ ਨੂੰ ਇਹ ਬੋਲਡ ਕੀਤਾ ਹੋਇਆ, ਇਹ ਮੁੱਖ ਉਪਵਾਕ ਹਨ। ਮੁੱਖ ਮਤਲਬ ਇਹ ਮੇਨ ਜਿਹੜੇ ਹਨ ਉਪਵਾਕ ਹਨ, ਤੇ ਹਲਕੇ ਜਿਹੜੇ ਛਪੇ ਹਨ ਇਹ ਉਸਦੇ ਅਧੀਨ, ਉਹਦੇ ਅਧੀਨ ਮਤਲਬ ਉਹਦੇ ਅਧੀਨ ਡਿਪੈਂਡੈਂਟ ਉਹਦਾ ਸੈਂਟੈਂਸ ਹੈ। ਅਜਿਹੇ ਉਪਵਾਕ ਪੂਰਾ ਅਰਥ ਪ੍ਰਗਟ ਕਰਨ ਲਈ ਇੱਕ ਦੂਸਰੇ ਉੱਪਰ, ਮਤਲਬ ਜੇਕਰ ਅਸੀਂ ਪੂਰਾ ਉਸਨੇ ਕਿਹਾ, ਇਹਦਾ ਮਤਲਬ ਕੀ ਕਿਹਾ? ਜਦੋਂ ਤੱਕ ਇਹ ਪਿਛਲਾ ਸੈਂਟੈਂਸ ਨਹੀਂ ਦੇਖਦੇ ਉਦੋਂ ਤੱਕ ਉਹ ਅਧੂਰਾ ਵਾਕ ਹੈ। ਇਸ ਕਰਕੇ ਇਹ ਵਾਕ ਜਿਹੜੇ ਹਨ ਆਪਣੇ ਅਰਥ ਵਾਸਤੇ ਇੱਕ ਦੂਸਰੇ ਵਾਕ 'ਤੇ ਨਿਰਭਰ ਕਰਦੇ ਹਨ। ਫਿਰ ਵੀ ਅਗਰ ਧਿਆਨ ਨਾਲ ਦੇਖਿਆ ਜਾਏ ਤਾਂ ਪਤਾ ਚੱਲਦਾ ਇਹਨਾਂ ਵਿੱਚੋਂ ਕੋਈ ਵੀ ਇੱਕ ਉਪਵਾਕ ਦੂਜੇ ਉਪਵਾਕ ਨਾਲੋਂ ਵਧੇਰੇ ਸੁਤੰਤਰ ਹੁੰਦਾ ਹੈ। ਇਹ ਤਾਂ ਆ ਗਿਆ ਬੱਚੇ ਸਾਡਾ ਇਹਨਾਂ ਦੀ ਜਿਹੜੀ ਬਣਤਰ ਜਿਹੜੀ ਹੈ, ਇਹਨਾਂ ਦੀ ਵਾਕਾਂ ਦੀ ਕਿਸਮਾਂ ਦੀ ਬਣਤਰ ਦੇ ਆਧਾਰ 'ਤੇ। ਬਣਤਰ ਦੇ ਆਧਾਰ 'ਤੇ ਤਿੰਨ ਤਰ੍ਹਾਂ ਦੀ ਕਿਸਮਾਂ ਪੜ੍ਹ ਲਈਆਂ। ਉਸ ਤੋਂ ਬਾਅਦ ਅਗਲੀ ਕਿਸਮਾਂ ਜਿਹੜੀਆਂ ਅਸੀਂ ਪੜ੍ਹੀਆਂ ਹੈ ਉਹ ਹੈ ਕਾਰਜਾਂ ਦੇ ਆਧਾਰ 'ਤੇ ਵਾਕਾਂ ਦੀ ਕਿਸਮਾਂ। ਕੰਮ ਦੇ ਆਧਾਰ 'ਤੇ ਵਾਕਾਂ ਦੀ ਕਿੰਨੀਆਂ ਕਿਸਮਾਂ ਹੁੰਦੀਆਂ ਹਨ? ਪਹਿਲੀ ਕਿਸਮ ਹੈ ਹਾਂ ਵਾਚਕ ਵਾਕ। ਹਾਂ ਵਾਚਕ ਵਾਕ, ਜਿਸ ਵਾਕ ਵਿੱਚ ਕਿਰਿਆ ਹਾਂ ਵਾਚਕ ਹੋਵੇ, ਉਸਨੂੰ ਹਾਂ ਮਤਲਬ ਜਿਹਦੇ ਵਿੱਚ ਪੋਜ਼ਿਟਿਵ ਹੀ ਸਾਰੀ ਗੱਲ ਹੋਵੇ, ਨਾ ਵਾਚਕ ਕੋਈ ਗੱਲ ਨਾ ਕਹੀ ਗਈ ਹੋਵੇ। ਦੇਖੋ ਐਗਜ਼ਾਮਪਲ ਬਹੁਤ ਸਾਰੇ ਦਿੱਤੇ ਗਏ ਹਨ ਥੱਲੇ। ਅਸੀਂ ਆਪਣੇ ਦੇਸ਼ ਨੂੰ ਪਿਆਰ ਕਰਦੇ ਹਾਂ, ਮਿਹਨਤੀ ਲੋਕ ਸਦਾ ਸੁੱਖ ਪਾਉਂਦੇ ਹਨ, ਮੈਂ ਸਕੂਲ ਦਾ ਕੰਮ ਮੁਕਾ ਲਿਆ ਹੈ, ਮੇਰੇ ਦਾਦੀ ਜੀ ਅਨਪੜ੍ਹ ਹਨ। ਇਹ ਦੇਖੋ ਇਹਦੇ ਵਿੱਚ ਕੋਈ ਵੀ ਨਾ ਵਾਚਕ ਗੱਲ ਨਹੀਂ ਹੋਈ ਹੈ, ਇਹ ਹਾਂ ਵਾਚਕ ਕਿਰਿਆ ਨੂੰ ਦਰਸਾਉਂਦੇ ਹਨ। ਇਸ ਕਰਕੇ ਕਿਹੜੇ ਵਾਕ ਹੋ ਗਏ? ਹਾਂ ਵਾਚਕ ਵਾਕ, ਜਿਹਦੇ ਪਿੱਛੇ ਪੂਰਨ ਵਿਰਾਮ ਆਉਂਦਾ ਹੈ। ਉਸ ਤੋਂ ਬਾਅਦ ਦੂਜੀ ਕਿਸਮ ਜਿਹੜੀ ਹੈ ਕਾਰਜਾਂ ਦੇ ਆਧਾਰ 'ਤੇ ਉਹ ਹੈ ਨਾ ਵਾਚਕ ਵਾਕ। ਨਾ ਵਾਚਕ ਵਾਕ ਜਿਹੜੇ ਹਨ ਜਿਨ੍ਹਾਂ ਵਾਕਾਂ ਵਿੱਚ ਨਾ, ਨਹੀਂ, ਨਾ ਵਾਚਕ ਤੱਤ ਦੀ ਵਰਤੋਂ, ਮਤਲਬ ਜਿਹਦੇ ਵਿੱਚ ਨਾ ਸ਼ਬਦ ਜਾਂ ਨਹੀਂ ਸ਼ਬਦ ਦੀ ਵਰਤੋਂ ਕੀਤੀ ਗਈ ਹੁੰਦੀ ਉਸਨੂੰ ਨਾ ਵਾਚਕ ਵਾਕ ਕਹਿੰਦੇ ਹਨ। ਦੇਖੋ ਜਿਵੇਂ ਬੱਚਿਓ ਫੁੱਲ ਨਾ ਤੋੜੋ, ਨਾ ਸ਼ਬਦ ਆ ਗਿਆ ਵਿੱਚ, ਇਸ ਕਰਕੇ ਨਾ ਵਾਚਕ ਹੈ। ਨਾ ਵਾਚਕ ਦੀ ਤਾਂ ਬੇਟੇ ਪਹਿਚਾਣ ਕਰਨੀ ਬਹੁਤ ਹੀ ਸੌਖੀ ਹੈ। ਮਿਹਨਤੀ ਲੋਕ ਕਦੇ ਵੀ ਦੁਖੀ ਨਹੀਂ ਹੁੰਦੇ, ਨਹੀਂ ਸ਼ਬਦ ਨਾ ਵਾਚਕ ਦੱਸਦਾ ਹੈ। ਇੰਨੀ ਸਰਦੀ ਨਹੀਂ ਨੰਗੇ ਪੈਰ ਨਾ ਤੁਰੋ, ਇੰਨੀ ਸਰਦੀ ਵਿੱਚ ਨੰਗੇ ਪੈਰ ਨਾ ਤੁਰੋ, ਨਾ ਸ਼ਬਦ ਕਿਹੜਾ ਹੈ? ਨਾ ਵਾਚਕ ਨੂੰ ਦਰਸਾਉਂਦਾ ਹੈ। ਮੇਰੇ ਦਾਦੀ ਜੀ ਪੜ੍ਹੇ ਲਿਖੇ ਨਹੀਂ ਹਨ, ਦੇਖੋ ਨਹੀਂ ਸ਼ਬਦ ਕੀ ਹੈ? ਨਾ ਵਾਚਕ ਨੂੰ ਦਰਸਾਉਂਦਾ ਹੈ। ਤੀਸਰੀ ਕਿਸਮ ਸਾਡੀ ਆ ਗਈ ਹੈ ਪ੍ਰਸ਼ਨਵਾਚਕ ਵਾਕ। ਜਿਨ੍ਹਾਂ ਵਾਕਾਂ ਵਿੱਚ ਕੋਈ ਸਵਾਲ ਜਾਂ ਪ੍ਰਸ਼ਨ ਪੁੱਛਿਆ ਜਾਂਦਾ ਹੈ, ਅਤੇ ਦੇਖੋ ਪ੍ਰਸ਼ਨਵਾਚਕ ਵਾਕਾਂ ਦੀ ਤਾਂ ਇੱਕ ਬਹੁਤ ਹੀ ਵੱਡੀ ਪਹਿਚਾਣ ਹੈ। ਵਾਕ ਦੇ ਅੰਤ ਵਿੱਚ ਕੀ ਲਿਖਿਆ ਹੁੰਦਾ ਹੈ? ਪ੍ਰਸ਼ਨਵਾਚਕ ਜਿਹੜਾ ਹੈ, ਜਿਹੜਾ ਚਿੰਨ੍ਹ ਬਣਿਆ ਹੁੰਦਾ ਹੈ, ਦੇਖੋ ਚਿੰਨ੍ਹ ਦਿੱਤਾ ਹੋਇਆ, ਕੁਐਸਚਨ ਮਾਰਕ ਕਿਹੜਾ ਹੁੰਦਾ ਹੈ? ਇਸ ਤਰ੍ਹਾਂ ਕਰਕੇ ਪਿੱਛੇ ਬਿੰਦੀ ਥੱਲੇ ਜਿਹੜੇ ਕੁਐਸਚਨ ਮਾਰਕ ਕਹਿੰਦੇ ਹਾਂ, ਪ੍ਰਸ਼ਨਵਾਚਕ ਚਿੰਨ੍ਹ, ਇਹਨਾਂ ਨੂੰ ਪ੍ਰਸ਼ਨਵਾਚਕ ਵਾਕ ਕਿਹਾ ਜਾਂਦਾ ਹੈ। ਇਹਨਾਂ ਅਜਿਹੇ ਵਾਕਾਂ ਵਿੱਚ ਆਮ ਤੌਰ 'ਤੇ ਕਿਹੜੇ-ਕਿਹੜੇ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ? ਜਿਵੇਂ ਕੀ, ਕਿਉਂ, ਕਿੱਧਰ, ਕਿੱਥੋਂ, ਕਿੱਥੇ,
ਕਿਹੜਾ, ਕਿਵੇਂ ਆਦਿ। ਮਤਲਬ ਇੱਦਾਂ ਦੇ ਬਹੁਤ ਸਾਰੇ ਸ਼ਬਦ ਜਿਹੜੇ ਪ੍ਰਸ਼ਨਾਂ ਨੂੰ ਦੱਸਦੇ ਹਨ। ਦੇਖੋ ਥੱਲੇ ਐਗਜ਼ਾਮਪਲ ਦਿੱਤੀ ਗਈ ਹੈ। ਉਹ ਕਿੱਥੇ ਜਾ ਰਿਹਾ ਹੈ, ਪਿੱਛੇ ਪ੍ਰਸ਼ਨਵਾਚਕ ਆ ਗਿਆ, ਕਿੱਥੇ ਆ ਗਿਆ ਸ਼ਬਦ। ਭਾਰਤ ਕਦੋਂ ਆਜ਼ਾਦ ਹੋਇਆ, ਪ੍ਰਸ਼ਨਵਾਚਕ ਆ ਗਿਆ, ਕਦੋਂ ਸ਼ਬਦ ਜਿਹੜਾ ਹੈ ਪ੍ਰਸ਼ਨਵਾਚਕ ਦਾ ਹੈ। ਤੁਹਾਡੀ ਸ਼੍ਰੇਣੀ ਵਿੱਚ ਕਿੰਨੇ ਬੱਚੇ ਪੜ੍ਹਦੇ ਹਨ, ਕਿੰਨੇ, ਪ੍ਰਸ਼ਨਵਾਚਕ। ਉਸ ਦੀ ਸਿਹਤ ਹੁਣ ਕਿਸ ਤਰ੍ਹਾਂ ਦੀ ਹੈ, ਪ੍ਰਸ਼ਨਵਾਚਕ। ਤੇਰੇ ਭਰਾ ਦਾ ਕੀ ਨਾਂ ਹੈ, ਕੀ, ਪ੍ਰਸ਼ਨਵਾਚਕ। ਸੋ ਇਹ ਸਾਰੇ ਵਾਕ ਕਿਹੜੇ ਹੋ ਗਏ, ਪ੍ਰਸ਼ਨਵਾਚਕ ਵਾਕ। ਅਗਲੇ ਸਾਡਾ ਹੈ ਵਿਸਮੇਵਾਚਕ ਵਾਕ। ਵਿਸਮੇਵਾਚਕ ਵਾਕ ਕਿਹੜੇ ਹੁੰਦੇ ਹਨ, ਜਿਸ ਵਿੱਚ ਵਾਕਾਂ ਵਿੱਚ ਮਨ ਦੀ ਖੁਸ਼ੀ, ਗਮੀ, ਹੈਰਾਨੀ ਜਾਂ ਵਿਸਮੇ ਦਾ ਭਾਵ ਪ੍ਰਗਟ ਹੋਵੇ, ਉਹਨਾਂ ਨੂੰ ਵਿਸਮੇਵਾਚਕ ਵਾਕ ਕਿਹਾ ਜਾਂਦਾ ਹੈ। ਅਜਿਹੇ ਵਾਕਾਂ ਦੇ ਅੰਤ ਵਿੱਚ ਵਿਸਮੇ ਆਦਿਕ ਚਿੰਨ੍ਹ, ਵਿਸਮੇ ਆਦਿਕ ਚਿੰਨ੍ਹ ਕਿਹੜਾ ਹੁੰਦਾ, ਦੇਖੋ ਬੇਟਾ ਆਹ ਚਿੰਨ੍ਹ ਬਣਿਆ ਹੁੰਦਾ, ਇੱਕ ਲਾਈਨ ਲੱਗੀ ਹੁੰਦੀ ਹੈ, ਥੱਲੇ ਬਿੰਦੀ ਹੁੰਦੀ, ਜਿਸ ਨੂੰ ਆਪਾਂ ਐਕਸਕਲਾਮੇਟਰੀ ਸਾਈਨ ਕਹਿੰਦੇ ਹਾਂ, ਵਿਸਮੇਵਾਚਕ ਵਾਕ। ਦੇਖੋ ਐਗਜ਼ਾਮਪਲ ਦਿੱਤੀ ਗਈ ਹੈ, ਵਾਹ ਕਿੰਨਾ ਸੁੰਦਰ ਫੁੱਲ ਹੈ। ਦੇਖੋ ਪਿੱਛੇ ਸਾਈਨ ਆ ਗਿਆ ਨਾ ਇਹ ਵਾਲਾ। ਦੇਖੋ ਬੱਲੇ ਉਹਨੇ ਕਿੰਨੀ ਉੱਚੀ ਛਾਲ ਮਾਰੀ, ਪਿੱਛੇ ਦੇਖੋ ਆ ਗਿਆ ਵਿਸਮੇਵਾਚਕ ਜਿਹੜਾ ਹੈ ਚਿੰਨ੍ਹ ਆ ਗਿਆ। ਹਾਏ ਮੈਂ ਕੀ ਕਰਾਂ, ਪਿੱਛੇ ਆ ਗਿਆ। ਇੱਥੇ ਇਹ ਗੱਲ ਧਿਆਨਯੋਗ ਹੈ ਕਿ ਜੇ ਵਿਸਮੇ ਦਾ ਭਾਵ ਇੱਕ ਸ਼ਬਦ ਵਿੱਚ ਪ੍ਰਗਟ ਹੋਵੇ ਤਦ ਵਿਸਮੇ ਚਿੰਨ੍ਹ ਉਸ ਸ਼ਬਦ ਦੇ ਪਿੱਛੇ, ਮਤਲਬ ਜਿਹੜਾ ਸ਼ਬਦ ਵਿਸਮੇ ਜਿਹੜਾ ਹੈਗਾ ਸ਼ਬਦ ਦਾ ਦੱਸਦਾ ਹੈ ਉਹਦੇ ਪਿੱਛੇ ਜਿਹੜਾ ਹੈ ਵਿਸਮੇ ਆਦਿਕ ਚਿੰਨ੍ਹ ਆਉਂਦਾ ਹੈ। ਪਰ ਜੇ ਇਹ ਭਾਵ ਸਾਰੇ ਵਾਕ ਵਿੱਚ, ਮਤਲਬ ਜੇ ਤਾਂ ਇੱਕ ਸ਼ਬਦ ਹੀ ਦੱਸੇ ਤਾਂ ਉਸ ਸ਼ਬਦ ਦੇ ਪਿੱਛੇ ਆਉਂਦਾ ਹੈ। ਜੇ ਸਾਰਾ ਹੀ ਵਾਕ ਜਿਹੜਾ ਹੈ ਵਿਸਮੇ ਦਾ ਪ੍ਰਗਟਾਵਾ ਕਰਦਾ ਹੋਵੇ ਤਾਂ ਵਿਸਮੇ ਚਿੰਨ੍ਹ ਸਾਰੇ ਵਾਕ ਦੇ ਪਿੱਛੇ ਆਉਂਦਾ ਹੈ। ਅਗਲੀ ਸਾਡੀ ਕਿਸਮ ਆ ਗਈ ਹੈ ਆਗਿਆਵਾਚਕ ਵਾਕ। ਇਹ ਵਾਕ ਆਗਿਆ ਜਾਂ ਹੁਕਮ ਦਿੱਤੇ ਜਾਣ ਦੇ ਭਾਵ ਨੂੰ ਉਜਾਗਰ ਕਰਦੇ ਹਨ, ਮਤਲਬ ਜਿਸ ਵਾਕ ਵਿੱਚ ਆਗਿਆ ਦਿੱਤੀ ਹੋਵੇ। ਇਹਨਾਂ ਵਾਕਾਂ ਵਿੱਚ ਆਮ ਤੌਰ 'ਤੇ ਕਰਤਾ ਦੀ ਅਣਹੋਂਦ ਹੁੰਦੀ ਹੈ, ਮਤਲਬ ਆਗਿਆ ਦਿੱਤੀ ਹੁੰਦੀ ਪਰ ਆਗਿਆ ਕੌਣ ਦੇ ਰਿਹਾ, ਕਈ ਵਾਰੀ ਉਹ ਦੱਸਿਆ ਨਹੀਂ ਹੁੰਦਾ ਕੰਮ ਆਗਿਆ ਦੇਣ ਵਾਲਾ ਕੌਣ ਹੈ। ਕਈ ਵਾਰੀ ਇਹਨਾਂ ਵਾਕਾਂ ਵਿੱਚ ਆਦਰਵਾਚੀ, ਤੱਤ, ਕਿਰਪਾ ਜੀ, ਮਤਲਬ ਇਹੋ ਜਿਹੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੁੰਦੀ ਹੈ। ਹੁਣ ਇਹਦੇ ਐਗਜ਼ਾਮਪਲ ਦੇਖਣੇ ਆਗਿਆਵਾਚਕ ਵਾਕਾਂ ਦੀ, ਜਿਵੇਂ ਆਓ ਸਕੂਲ ਦਾ ਕੰਮ ਕਰੀਏ। ਦੇਖੋ ਇਹਦੇ ਵਿੱਚ ਦੱਸਿਆ ਨਹੀਂ ਹੈ ਕੌਣ ਕਹਿ ਰਿਹਾ ਹੈ, ਆਗਿਆ ਕਿਹਨੇ ਦਿੱਤੀ ਹੈ, ਆਓ ਸਕੂਲ ਦਾ ਕੰਮ ਕਰੀਏ। ਚਾਹ ਲਿਆਓ, ਹੁਣ ਕਿੰਨੇ ਕਿਹਾ ਚਾਹ ਲਿਆਉਣ ਲਈ, ਕਿਹਨੂੰ ਕਿਹਾ, ਕੁਝ ਨਹੀਂ ਦੱਸਿਆ ਗਿਆ ਹੈ, ਪਰ ਇਹ ਕਿਹੜਾ ਵਾਕ ਹੋ ਗਿਆ, ਆਗਿਆਵਾਚਕ। ਕਿਰਪਾ ਕਰਕੇ ਚੁੱਪ ਕਰ ਜਾਓ। ਦੇਖੋ ਸਿੰਪਲ ਜਿਹੜਾ ਆ ਗਿਆ ਸੈਂਟੈਂਸ, ਪਿੱਛੇ ਇਹਨਾਂ ਦੇ ਕੀ ਲੱਗਾ ਹੋਏਗਾ, ਪੂਰਨ ਵਿਰਾਮ ਲੱਗਾ ਹੋਏਗਾ। ਆਓ ਜੀ ਚਲੀਏ, ਮਤਲਬ ਇਹਨਾਂ ਵਾਕਾਂ ਨੂੰ ਕੀ ਕਿਹਾ ਜਾਂਦਾ ਹੈ, ਆਗਿਆਵਾਚਕ ਵਾਕ। ਇਹਨਾਂ ਵਿੱਚ ਕਰਤਾ ਦੀ ਜਿਹੜੀ ਹੈ ਉਸ ਨੂੰ ਨਹੀਂ ਦਰਸਾਇਆ ਜਾਂਦਾ ਹੈ। ਅਗਲੀ ਕਿਸਮ ਸਾਡੀ ਆ ਗਈ ਹੈ ਇੱਛਾਵਾਚਕ ਵਾਕ। ਇਹਨਾਂ ਵਾਕਾਂ ਵਿੱਚ ਕਿਸੇ ਲਈ ਸ਼ੁਭ ਇੱਛਾਵਾਂ ਜਾਂ ਅਸੀਸ ਆਦਿ ਦੇ ਭਾਵਾਂ ਨੂੰ ਪ੍ਰਗਟ ਕੀਤਾ ਹੁੰਦਾ, ਮਤਲਬ ਜਿਹਦੇ ਵਿੱਚ ਸ਼ੁਭ ਇੱਛਾਵਾਂ ਦਿੱਤੀਆਂ ਹੁੰਦੀਆਂ, ਆਸ਼ੀਰਵਾਦ ਦਿੱਤਾ ਹੁੰਦਾ, ਉਸ ਨੂੰ ਇੱਛਾਵਾਚਕ ਵਾਕ ਕਿਹਾ ਜਾਂਦਾ ਹੈ। ਜਿਵੇਂ ਤੇਰੀ ਦੇਹ ਨਿਰੋਈ ਰਹੇ, ਮਤਲਬ ਤੂੰ ਬੜਾ ਲੰਬੀ ਉਮਰ ਪਾਵੇਂ, ਤੇਰੀ ਦੇਹ ਜਿਹੜੀ ਹੈ ਤੂੰ ਹੈਲਦੀ ਲਾਈਫ ਜੀਏ, ਤੇਰੀ ਦੇਹ ਨਿਰੋਈ ਰਹੇ, ਪੂਰਨ ਵਿਰਾਮ। ਇਹ ਕਿਹੜਾ ਹੋ ਗਿਆ, ਇੱਛਾ, ਇੱਛਾ ਜਤਾਈ ਹੈ ਕਿਸਨੇ, ਤੂੰ ਸਦਾ ਸੁਖੀ ਰਹੇ, ਪੂਰਨ ਵਿਰਾਮ। ਇਹਦੇ ਵਿੱਚ ਵੀ ਇੱਛਾ ਦੱਸੀ ਹੈ। ਤੈਨੂੰ ਤੱਤੀ ਵਾਹ ਨਾ ਲੱਗੇ, ਇਸ ਵਿੱਚ ਵੀ ਇੱਛਾ ਨੂੰ ਦਰਸਾਇਆ ਗਿਆ ਹੈ। ਸੋ ਬੇਟਾ ਇਹ ਤਾਂ ਆ ਗਈਆਂ ਸਾਡੀਆਂ ਵਾਕ ਦੀਆਂ ਕਿਸਮਾਂ। ਦੋ ਆਧਾਰ 'ਤੇ ਵਾਕ ਦੀਆਂ ਕਿਸਮਾਂ ਆਪਾਂ ਕੀਤੀਆਂ ਹਨ। ਇੱਕ ਅਸੀਂ ਕੀਤੀ ਹੈ ਵਾਕ ਦੀ ਕਿਸਮ ਜਿਹੜੀ ਹੈ ਬਣਤਰ ਦੇ ਆਧਾਰ 'ਤੇ। ਤਿੰਨ ਕਿਸਮਾਂ ਦੇ ਵਾਕ ਬਣਤਰ ਦੇ ਆਧਾਰ 'ਤੇ, ਸਧਾਰਨ ਵਾਕ, ਸੰਯੁਕਤ ਵਾਕ, ਮਿਸ਼ਰਿਤ ਵਾਕ। ਦੂਜੀ ਆਪਾਂ ਕਿਸਮ ਕੀਤੀ ਹੈ ਕਾਰਜਾਂ ਦੇ ਆਧਾਰ 'ਤੇ, ਕੰਮਾਂ ਦੇ ਆਧਾਰ 'ਤੇ ਵਾਕਾਂ ਦੀ ਕਿਸਮਾਂ, ਜਿਹਦੇ ਵਿੱਚ ਅਸੀਂ ਪੜ੍ਹੇ ਹੈ ਕੰਮਾਂ ਦੇ ਆਧਾਰ 'ਤੇ ਵਿਸਮੇਵਾਚਕ ਵਾਕ, ਪ੍ਰਸ਼ਨਵਾਚਕ ਵਾਕ, ਆਗਿਆਵਾਚਕ ਵਾਕ, ਇੱਛਾਵਾਚਕ ਵਾਕ ਅਤੇ ਜਿਹੜੇ ਹੈ ਹੋਰ ਕਿਹੜੀ ਇੱਕ ਕਿਸਮ ਅਸੀਂ ਪੜ੍ਹੀ ਹੈ ਪ੍ਰਸ਼ਨਵਾਚਕ, ਨਾਵਾਚਕ ਵਾਕ, ਵਾਚਕ ਵਾਕ। ਇਹ ਸਾਰੇ ਕਿਹੜੀ ਕਿਸਮਾਂ ਸੀਗੀਆਂ, ਸਾਡੇ ਜਿਹੜੇ ਵਾਕਾਂ ਦੀ ਕੰਮਾਂ ਦੇ ਆਧਾਰ 'ਤੇ। ਸੋ ਇਸ ਤੋਂ ਅੱਗੇ ਅਸੀਂ ਜਿਹੜਾ ਹੈ ਵਾਕ ਦੇ ਜਿਹੜੇ ਬਦਲਾਵ ਕਰਨੇ ਹੈ ਉਹ ਅਸੀਂ ਅਗਲੇ ਵੀਡੀਓ ਵਿੱਚ ਕਰਾਂਗੇ। ਓਕੇ ਬੇਟਾ।